कृपा करो दीन के दाते, मेरा गुण अवगान ना विचारो कोई। माटी का क्या तो पै स्वामी, मानस की गात एही। हमें अपराध पाप बहु कीने, कर दोस्ती चोर चुराया। अब नानक शरणागत आए, हर राखव लाज हर पाया। ज्ञान ध्यान किस कर्म ना जाना, नाहिन निर्मल करनी। साध संगत कै अंचल लावो, बेखम नदी जाए तरनी। ज्यों बुलावह त्यों बोलह स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। वाहिगुरु साहिब जी। सुनै ईसर बर्मा इंद, सुनै मुख सालाहण मंद। सुनै जोग जुगत तन भेद, सुनै सासत सिमृत वेद। नानक भगता सदा विकास, सुनै दुख पाप का नाश। सुनै ईसर बर्मा इंद। वाहिगुरु जी का खालसा, वाहिगुरु जी की फतेह। परम सम्मानयोग गुरु खालसा साध संगत जीओ, आप संतां जुगो जुग अटल सतगुरु, चबर तखत छतर दे मालक, दसो पातशाहियां दी पवित्र जोत, जहरा जहूर हाजरा हजूर सतगुरु धन धन साहिब श्री गुरु ग्रंथ साहिब जी दे पावन चरणों दे विच हाजरियां भर रहे हो। गुरु घर दे कीर्तनीय अति सत्कारयोग भाई साहब भाई हरजीत सिंह जी बड़ा मनोहर रस पिन्ना कीर्तन साधन करवा रहे सी। सतगुरु की अपार मेहर का सदका
ਆ ਪੂਰਾ ਹਫ਼ਤਾ ਆਪ ਸੰਗਤਾਂ ਨੇ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕਰਨੇ ਹਨ। ਜੂਨ ਦਾ ਪਹਿਲਾ ਹਫ਼ਤਾ 1984 ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਪੰਥ ਦੇ ਮਹਾਨ ਜਰਨੈਲ, ਮਰਦੇ ਮੁਜਾਹਦ, ਸੰਤ ਸਿਪਾਹੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਵਿੱਚ ਸਾਡੇ ਸਿੱਖਾਂ ਦੇ ਧਾਰਮਿਕ ਕੇਂਦਰੀ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸਾਡੇ ਸਿੱਖਾਂ ਦੀ ਸੁਪਰੀਮ ਅਥਾਰਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰਤਾ ਮਰਜ਼ਾਦਾ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ। ਸਮੁੱਚਾ ਪੰਥ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਚਾਹੇ ਧਰਤੀ ਦੇ ਕਿਸੇ ਵੀ ਕੋਨੇ ਤੇ ਬੈਠਾ ਹੈ, ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ। ਗੁਰਮਤਿ ਦਾ ਤਰੀਕਾ ਹੈ ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਕਰਨਾ, ਗੁਰਬਾਣੀ ਦੀ ਵਿਚਾਰ ਕਰਨੀ, ਗੁਰ ਇਤਿਹਾਸ ਨੂੰ ਵਾਚਣਾ, ਸੇਵਾ ਸਿਮਰਨ ਦੀ ਕਾਲ ਕਾਲ ਕੇ ਜੀਵਨ ਨੂੰ ਸਫਲ ਕਰਨਾ। ਮੈਂ ਸਮਝਦਾ ਹਾਂ ਦਮਦਮੀ ਟਕਸਾਲ ਦੇ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਗੁਰਸਿੱਖ ਮਾਈ ਭਾਈ ਗੁਰੂ ਕੀਆਂ ਸੰਗਤਾਂ ਸਾਰੇ ਵਧਾਈ ਦੇ ਪਾਤਰ ਹਨ, ਜਿਹੜੇ ਉਹਨਾਂ ਮਹਾਨ ਸ਼ਹੀਦਾਂ ਨੂੰ ਗੁਰਮਤਿ ਦੇ ਅਨੁਸਾਰ ਸ਼ਰਧਾ ਦੇ ਫੁੱਲ, ਅਕੀਦਤ ਦੇ ਫੁੱਲ ਭੇਟ ਕਰ ਰਹੇ ਹਨ। ਅੱਜ ਪਹਿਲਾ ਦੀਵਾਨ ਹੈ, ਜਿਸ ਦੇ ਵਿੱਚ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਦੇ ਵਿੱਚ ਕੀਰਤਨ ਦਾ ਆਨੰਦ ਮਾਣਿਆ। ਹੁਣ ਆਪ ਸੰਗਤਾਂ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਹਿਲੇ ਨੰਬਰ ਤੇ ਬਾਣੀ ਲਿਖੀ ਗਈ ਹੈ, ਜਿਸ ਨੂੰ ਵਿਦਵਾਨਾਂ ਨੇ ਪ੍ਰਧਾਨ ਬਾਣੀ ਦਾ ਵੀ ਰੁਤਬਾ ਪ੍ਰਦਾਨ ਕੀਤਾ ਹੈ। ਜਪਜੀ ਸਾਹਿਬ ਜੀ ਦੀ ਕਥਾ ਪਿੱਛੇ ਆਰੰਭ ਹੋਈ ਸੀ। ਦਾਸ ਨੂੰ ਜਿਵੇਂ ਕਿ ਗੁਰਮੁਖ ਪਿਆਰਿਆਂ ਤੋਂ ਪਤਾ ਲੱਗਿਆ, ਸਾਡੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਕਥਾਵਾਚਕ ਦਮਦਮੀ ਟਕਸਾਲ ਉਹ ਕਥਾ ਆਰੰਭ ਕਰ ਗਏ ਸਨ। 10 ਪੌੜੀਆਂ ਦੀ ਕਥਾ ਉਹਨਾਂ ਨੇ ਕੀਤੀ। ਹੁਣ ਉਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਨੇ 11ਵੀਂ ਪੌੜੀ ਲਿਖੀ ਹੈ, ਕਿਉਂਕਿ ਇਸ ਜਪਜੀ ਸਾਹਿਬ ਪਵਿੱਤਰ ਬਾਣੀ ਦੀਆਂ 38 ਪੌੜੀਆਂ ਹਨ। ਫਿਰ ਅਖੀਰ ਤੇ ਸ਼ਲੋਕ ਹੈ। ਆਰੰਭ ਦੇ ਵਿੱਚ ਗੁਰੂ ਮਹਾਰਾਜ ਨੇ ਮੂਲ ਮੰਤਰ ਲਿਖਿਆ ਹੈ। ਮੂਲ ਮੰਤਰ ਤੇ ਸ਼ਲੋਕ
ਉੱਥੇ ਕੋਈ ਅੰਤ ਦੀ ਗਿਣਤੀ ਨਹੀਂ ਲਿਖੀ ਹੋਈ। ਇਸ ਲਈ ਉਸ ਨੂੰ ਵੱਖਰਾ ਹੀ ਗੁਰੂ ਮਹਾਰਾਜ ਨੇ ਲਿਖਿਆ। ਜਦੋਂ ਆਪਾਂ ਪੌੜੀਆਂ ਦੀ ਗਿਣਤੀ ਕਰਦੇ ਹਾਂ ਫਿਰ ਉਹ 38 ਹੀ ਰਹਿ ਜਾਂਦੀ ਹੈ। ਸੋ ਰਹੁ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਨਿਰਣਾ ਕੀਤਾ ਹੈ। ਉਹ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਕਿਉਂਕਿ ਬਹੁਤੇ ਲੋਕ ਇਹ ਸਵਾਲ ਅਕਸਰ ਪੁੱਛਦੇ ਨੇ, ਸਾਨੂੰ ਦੱਸੋ ਉਹ ਰੱਬ, ਉਹ ਪਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਹੋ ਜਿਹਾ ਹੈ? ਗੁਰੂ ਮਹਾਰਾਜ ਨੇ ਬੜੇ ਸਰਲ ਤਰੀਕੇ ਦੇ ਨਾਲ ਅਤੇ ਸਮਝ ਆਉਣ ਵਾਲੀ ਬੋਲੀ ਵਿੱਚ ਗੁਰੂ ਮਹਾਰਾਜ ਨੇ ਮੂਲ ਮੰਤਰ ਉਚਾਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਓਂਕਾਰ, ਉਹ ਇੱਕ ਹੈ, ਲਾ ਸ਼ਰੀਕ ਹੈ, ਲਾ ਸਾਨੀ ਹੈ, ਬੇਮਿਸਾਲ ਹੈ, ਅਦਵੈਤ ਸਰੂਪ ਹੈ, ਵਾਹਦ ਹੈ। ਇਹ ਇੱਕ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ। ਓਂਕਾਰ ਪ੍ਰਾਤਨ ਵਿਦਵਾਨਾਂ ਨੇ ਓਂਕਾਰ ਦੇ 63 ਪ੍ਰਕਾਰ ਦੇ ਭੇਦ ਮਿਥ ਲਏ ਸਨ, ਪਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਇੱਕ ਲੈ ਕੇ ਉਹ ਸਾਰੇ ਭੇਦ ਖਤਮ ਕਰ ਦਿੱਤੇ ਅਤੇ ਨਾਲ ਸਾਨੂੰ ਇਹ ਸੰਦੇਸ਼ ਦਿੱਤਾ ਹੈ, ਉਹ ਪਰਮਾਤਮਾ ਇੱਕ ਹੀ ਹੈ। ਪਰਮਾਤਮਾ ਅਨੇਕਾਂ ਨਹੀਂ ਹੋ ਸਕਦੇ। ਉਹ ਪਰਮਾਤਮਾ ਕੈਸਾ ਹੈ? ਓਂਕਾਰ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਕਿਉਂ? ਜਦੋਂ ਵੀ ਕਿਸੇ ਨੂੰ ਉਸ ਪਰਮਾਤਮਾ ਦਾ ਅਨੁਭਵ ਹੋਇਆ ਤੇ ਉਸਨੇ ਇਹੀ ਆਖਿਆ, ਮੈਨੂੰ ਉਸ ਪਰਮਾਤਮਾ ਦਾ ਨੂਰ, ਉਹਦਾ ਜ਼ਹੂਰ ਦਿਖਾਈ ਦਿੱਤਾ। ਉਹ ਪਰਮਾਤਮਾ ਇੱਕ ਚਾਨਣ ਹੈ, ਇੱਕ ਗਿਆਨ ਹੈ, ਇੱਕ ਰੋਸ਼ਨੀ ਹੈ। ਉਸ ਪਰਮਾਤਮਾ ਨੂੰ ਗੁਰੂ ਮਹਾਰਾਜ ਨੇ ਜੋਤ ਸਰੂਪ ਬਾਣੀ ਵਿੱਚ ਲਿਖਿਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ। ਕਲਗੀਧਰ ਪਾਤਸ਼ਾਹ ਨੇ ਉਸ ਪਰਮਾਤਮਾ ਨੂੰ ਜਾਗਤ ਜੋਤ ਦਾ ਨਾਮ ਦਿੱਤਾ। ਖਾਲਸੇ ਦੇ ਆਦਰਸ਼ ਦੀ ਵਿਆਖਿਆ ਕਰਦਿਆਂ ਹੋਇਆਂ ਸਾਹਿਬ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਹਨ, ਜਾਗਤ ਜੋਤ ਜਪੈ ਨਿਸਬਾਸਰ, ਇਹ ਬਿਨਾ ਮਨ ਨਾਇਕ ਨਾ ਆਨ। ਉਹ ਪਰਮਾਤਮਾ ਜਾਗਤ ਜੋਤ ਹੈ। ਉਸੇ ਨੂੰ ਅਖੀਰ ਤੇ ਜਾ ਕੇ ਪੂਰਨ ਜੋਤ ਜਗਾ ਘਟਣਾ ਤਬ ਖਾਲਸ ਦਾਹੇ ਨਖਾਲਸ ਜਾਣਾ। ਪੂਰਨ ਜੋਤ, ਪੂਰਨ ਜੋਤ ਤੋਂ ਭਾਵ ਹੈ ਜਿਸ ਦੀ ਜੋਤ ਸਾਰਿਆਂ ਵਿੱਚ ਵਿਆਪਕ ਹੋਵੇ, ਉਹਨੂੰ ਪੂਰਨ ਜੋਤ ਕਹਿੰਦੇ ਨੇ। ਕਲਗੀਧਰ ਪਾਤਸ਼ਾਹ ਨੇ ਪੂਰਨ ਜੋਤ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, ਜ਼ਮੀਨ ਜਮਾਨ ਕੇ ਵਿਖੇ ਸਮਸ ਇੱਕ ਜੋਤ ਹੈ, न घाट है न बाढ़ है, न घाट बाढ़ होता है। तो गुरु नानक साहब उसकी व्याख्या इस तरह करते हैं, सब में जोत जोत है सोए, तिसका चानन सब में चानन होए, गुर साखी जोत प्रगट होए, जो तिस भावै सुवार। गुरु अर्जन साहब कहते हैं सारो जोत तेरी पसा रही, ये पूर्ण जोत की अर्थ नहीं, ओंकार की अर्थ नहीं। सर्व जोत तेरी पसा रही, जह जह देखा तह नर।
ਉਹ ਪਰਮਾਤਮਾ ਜਿੱਥੇ ਇੱਕ ਹੈ ਉੱਥੇ ਨਾਲ ਹੀ ਉਹ ਸਰਬ ਦਾ ਪ੍ਰਕਾਸ਼ਕ ਵੀ ਹੈ। ਦੁਨੀਆ ਦੇ ਵਿੱਚ ਖੱਟ ਜੋਤੀਆਂ ਮੰਨੀਆਂ ਨੇ। ਖੱਟ ਜੋਤੀਆਂ, ਖੱਟ ਤੋਂ ਭਾਵ ਹੈ ਛੇ। ਸਭ ਤੋਂ ਪਹਿਲੇ ਨੰਬਰ ਤੇ ਸੂਰਜ ਆਉਂਦਾ ਹੈ, ਦੂਸਰੇ ਨੰਬਰ ਤੇ ਚੰਦਰਮਾ ਆਉਂਦਾ ਹੈ, ਤੀਸਰੇ ਨੰਬਰ ਤੇ ਆ ਤਾਰੇ ਗ੍ਰਹਿ ਆ ਜਾਂਦੇ ਨੇ, ਚੌਥੇ ਨੰਬਰ ਤੇ ਅਸਮਾਨੀ ਬਿਜਲੀ ਆਉਂਦੀ ਹੈ, ਪੰਜਵੇਂ ਨੰਬਰ ਤੇ ਅਗਨੀ ਨੂੰ ਵੀ ਇੱਕ ਜੋਤੀ ਮੰਨਿਆ ਹੈ, ਛੇਵੇਂ ਨੰਬਰ ਤੇ ਬੁੱਧੀ ਨੂੰ ਜਾਂ ਬਾਣੀ ਨੂੰ ਵੀ ਜੋਤੀ ਮੰਨਿਆ, ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ। ਗੁਰਬਾਣੀ ਨੂੰ ਵੀ ਇਹ ਦੈਵੀ ਰੋਸ਼ਨੀ ਆਖਿਆ ਜਾਂਦਾ। ਇਹ ਖੱਟ ਜੋਤੀਆਂ ਨੇ, ਪਰ ਉਹ ਪ੍ਰਮਾਤਮਾ ਸਾਰੀਆਂ ਜੋਤਾਂ ਦੇ ਵਿੱਚ ਵਿਦਮਾਨ ਹੈ। ਉਸੇ ਨੂੰ ਹੀ ਕਲਗੀਧਰ ਪਾਤਸ਼ਾਹ ਨੇ ਲਿਖਿਆ ਨਾ ਜਪੁ ਸਾਹਿਬ ਬਾਣੀ ਦੇ ਵਿੱਚ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇਹ ਇੱਕ ਓਂਕਾਰ ਦੇ ਅਰਥ ਨੇ। ਉਹ ਪ੍ਰਮਾਤਮਾ ਪ੍ਰਕਾਸ਼ ਰੂਪ ਹੈ, ਇੱਕ ਨੂਰ ਹੈ, ਇੱਕ ਗਿਆਨ ਹੈ, ਇੱਕ ਚਾਨਣ ਹੈ। ਸਤਿਨਾਮ, ਫਿਰ ਉਹ ਪ੍ਰਮਾਤਮਾ ਸਤ ਨਾਸ਼ ਤੋਂ ਰਹਿਤ ਹੈ, ਹਮੇਸ਼ਾ ਰਹਿਣ ਵਾਲਾ ਹੈ ਤੇ ਨਾਮ ਪ੍ਰਸਿੱਧ ਹੈ। ਅਥਵਾ ਕੁਛ ਵਿਦਵਾਨਾਂ ਨੇ ਇੱਕ ਓਂਕਾਰ ਸਤਨਾਮ ਦੇ ਅਰਥ ਇਉਂ ਵੀ ਕੀਤੇ ਨੇ। ਇੱਕ ਓਂਕਾਰ ਹੀ ਸਤਨਾਮ ਉਸ ਪਰਮਾਤਮਾ ਦਾ ਸੱਚਾ ਨਾਮ ਹੈ, ਕਿਉਂਕਿ ਜਿਹੜਾ ਓਂਕਾਰ ਨਾਮ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਦੇ ਮੁਖ ਤੋਂ ਨਿਕਲਿਆ ਮੰਨਿਆ ਜਾਂਦਾ ਹੈ। ਇਸੇ ਲਈ ਉਸ ਨੂੰ ਅਨਾਦਿ ਨਾਮ ਵੀ ਆਖਿਆ ਜਾਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਇੱਕ ਮਾਰੂ ਰਾਗ ਦੇ ਵਿੱਚ ਸ਼ਬਦ ਲਿਖਿਆ ਜਿਸ ਨੂੰ ਪ੍ਰਾਤਨ ਵਿਦਵਾਨ ਸਹਸਰਨਾਮਾ ਕਹਿੰਦੇ ਨੇ। ਉਹਦੇ ਵਿੱਚ ਗੁਰੂ ਮਹਾਰਾਜ ਨੇ ਅਨੇਕਾਂ ਨਾਵਾਂ ਦੁਆਰਾ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਅਖੀਰ ਤੇ ਇਹ ਆਖ ਦਿੱਤਾ, ਕੀਰਤਨ ਨਾਮ ਕਥੇ ਤੇਰੀ ਜੀਵਾ, ਸਤਨਾਮ ਤੇਰਾ ਪਰਾਪੁਰ। ਉਹ ਸਤਨਾਮ ਤੋਂ ਭਾਵ ਇੱਕ ਓਂਕਾਰ ਹੀ ਹੈ। ਇੱਕ ਓਂਕਾਰ ਨਾਮ ਦੇ ਵਿੱਚ ਕਿੰਨੀ ਵੱਡੀ ਪਾਵਰ ਹੈ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਦੇਖਦੇ ਹਾਂ, ਅੱਖਾਂ ਖੁੱਲ੍ਹ ਜਾਂਦੀਆਂ ਨੇ। ਹਜ਼ੂਰ ਫਰਮਾਉਂਦੇ ਨੇ, ਓਂਕਾਰ ਉਤਪਾਤੀ ਕੀਆ ਜਨ ਸਬਰ। ਓਂਕਾਰ ਤੋਂ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਪੈਦਾ ਕੀਤੀ। ਕੀਤਾ ਪਸਾਓ ਏਕੋ ਕੁਆਓ, ਤਿਸਤੇ ਹੋਏ ਲੱਖ ਦਰਿਆ। ਕੁਆਓ ਤੋਂ ਭਾਵ ਸ਼ਬਦ, ਬੋਲ, ਆਵਾਜ਼, ਸਾਊਂਡ। ਸਭ ਤੋਂ ਪਹਿਲਾਂ ਜਿਹੜੀ ਸਾਊਂਡ ਰੱਬ ਦੇ ਮੂੰਹੋਂ ਨਿਕਲੀ ਸੀ ਉਹ ਓਂਕਾਰ ਹੀ ਸੀ। ਇਸੇ ਕਰਕੇ ਉਸ ਨੂੰ ਗੁਰੂ ਮਹਾਰਾਜ ਨੇ ਇੱਕ ਓਂਕਾਰ ਬਾਣੀ ਦੇ ਆਰੰਭ ਦੇ ਵਿੱਚ ਲਿਖਿਆ। ਉਹ ਪ੍ਰਮਾਤਮਾ ਨੇ ਓਂਕਾਰ ਉਚਾਰਨ ਕਰਕੇ ਹੀ ਸਾਰੀ ਸ੍ਰਿਸ਼ਟੀ ਬਣਾਈ। ਓਂਕਾਰ ਉਤਪਾਤੀ ਕੀਆ ਜਨ ਸਭ ਰਾਤੀ, ਵਾਣ ਤ੍ਰੈਣ ਤ੍ਰੇ ਪਵਨ ਪਾਣੀ, ਚਾਰ ਵੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏਕ ਕਵਾਵੈ ਤੇ ਸਭ ਹੋਆ। ਕਵਾਵੈ ਤੋਂ ਭਾਵ ਸ਼ਬਦ। ਓਂਕਾਰ ਸ਼ਬਦ ਤੋਂ ਸਾਰੇ ਸੰਸਾਰ ਦੀ ਵਾਹਿਗੁਰੂ ਨੇ ਉਤਪਤੀ ਕੀਤੀ ਹੈ। ਇਸਲਾਮ ਵਾਲਿਆਂ ਨੇ ਵੀ ਕਿਸੇ ਹੱਦ ਤੱਕ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਵੀ ਉਸ ਖੁਦਾ ਨੇ ਕੌਣ ਸ਼ਬਦ ਉਚਾਰਨ ਕੀਤਾ, ਉਹ ਕੌਣ ਕਹਿੰਦੇ ਨੇ, कौन शब्द कहने से हुआ आलम बका। कौन शब्द उच्चारण करके खुदा ने
ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ। ਸੋ ਰਹੁ ਵਿਚਾਰ, ਪਰ ਗੁਰਮਤਿ ਨੇ ਉਸ ਨੂੰ ਓਂਕਾਰ ਹੀ ਲਿਖਿਆ। ਓਂਕਾਰ ਤੋਂ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜੰਤ। ਓਂਕਾਰ ਸਹਿਬ ਜੁਗ ਭਏ, ਓਂਕਾਰ ਵੇਦ ਨਿਰਮੈ। ਉਹ ਇੱਕ ਓਂਕਾਰ ਨਾਮ ਹੀ ਸਤਿਨਾਮ ਸੱਚਾ ਨਾਮ ਹੈ। ਪਰਮਾਤਮਾ ਦਾ ਜੇ ਕੋਈ ਸੱਚਾ ਨਾਮ ਹੈ, ਇੱਕ ਓਂਕਾਰ ਹੀ ਸੱਚਾ ਨਾਮ ਹੈ। ਇਉਂ ਵੀ ਵਿਦਵਾਨਾਂ ਨੇ ਅਰਥ ਕੀਤੇ ਨੇ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ। ਫਿਰ ਉਸ ਪਰਮਾਤਮਾ ਦੀ ਸ਼ਕਤੀ, ਉਹਦੀ ਕਰਾਮਾਤ ਕੀ ਹੈ? ਹਜ਼ੂਰ ਕਹਿੰਦੇ ਕਰਤਾ ਪੁਰਖ। ਉਹ ਕਰਤਾ ਸਿਰਜਣਹਾਰ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਕਾ। ਪੁਰਖ ਉਹ ਸਾਰਿਆਂ ਵਿੱਚ ਵਿਆਪਕ ਹੈ। ਆਵੋ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹ ਨਹੀਂ ਉਸ ਤੋਂ ਵੱਖ ਹੋ ਕੇ ਬੈਠ ਜਾਂਦਾ। ਕਰ ਆਸਨ ਡਿਠੋ ਚਾਉ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਕਰਤਾ ਪੁਰਖ ਵਾਹਿਗੁਰੂ ਉਹਦੇ ਵਿੱਚ ਬਿਰਾਜਮਾਨ। ਇਹ ਕਰਤਾ ਪੁਰਖ ਦੀ ਅਰਥ ਨੇ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਨਿਰਭਉ ਨਿਰਵੈਰ ਵੀ ਹੈ। ਨਿਰਭਉ ਦੇ ਅਰਥ ਨੇ ਆਪ ਨਾ ਡਰੋ ਨਾ ਅਵਰ ਡਰਾਓ। ਨਾ ਕਿਸੇ ਤੋਂ ਉਹ ਪਰਮਾਤਮਾ ਡਰਦਾ ਤੇ ਨਾ ਹੀ ਕਿਸੇ ਨੂੰ ਡਰਾਉਂਦਾ। ਤੇ ਫਿਰ ਉਹ ਪਰਮਾਤਮਾ ਨਿਰਵੈਰ ਹੈ, ਵੈਰ ਭਾਵ ਤੋਂ ਮੁਕਤ ਹੈ। ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਇਨਸਾਨ ਨਹੀਂ ਹੋਵੇਗਾ ਜਿਹਦੇ ਅੰਦਰ ਭੈ ਨਾ ਹੋਵੇ ਤੇ ਵੈਰ ਨਾ ਹੋਵੇ। ਕੇਵਲ ਉਹ ਪਰਮਾਤਮਾ ਹੀ ਹੈ ਜਿਹੜਾ ਭੈ ਤੋਂ ਵੀ ਰਹਿਤ ਹੈ ਤੇ ਵੈਰ ਭਾਵ ਤੋਂ ਵੀ ਮੁਕਤ ਹੈ। ਨਿਰਭਉ ਨਿਰਵੈਰ। ਹਜ਼ੂਰ ਅੱਗੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਜੂਦ ਬਾਰੇ, ਉਹਦੇ ਸਰੂਪ ਦੇ ਬਾਰੇ ਨਿਰਣਾ ਕਰਦੇ ਨੇ। ਅਕਾਲ ਮੂਰਤ। ਮੂਰਤ ਤੋਂ ਭਾਵ ਹੈ ਅਕਿਰਤੀ। ਮੂਰਤ ਤੋਂ ਭਾਵ ਹੈ ਹਸਤੀ। ਮੂਰਤ ਤੋਂ ਭਾਵ ਹੈ ਉਹਦਾ ਵਜੂਦ। ਮੂਰਤ ਤੋਂ ਭਾਵ ਹੈ ਸਰੂਪ। ਜਿਹੜਾ ਉਸ ਪਰਮਾਤਮਾ ਦਾ ਵਜੂਦ ਹੈ ਅਕਾਲ, ਉਹ ਕਦੀ ਕਾਲ ਦੀ ਸੀਮਾ ਵਿੱਚ ਨਹੀਂ ਹੁੰਦਾ। ਹੁਣ ਜਦੋਂ ਆਪਾਂ ਅਵਤਾਰਾਂ ਦਾ, ਪੀਰਾਂ ਪੈਗੰਬਰਾਂ ਦਾ, ਕਿਸੇ ਵੀ ਵਿਅਕਤੀ ਦਾ ਇਤਿਹਾਸ ਪੜ੍ਹਦੇ ਹਾਂ, ਉਹਦੀ ਜਨਮ ਡੇਟ ਤੇ ਨਾਲ ਉਹਦੀ ਮਰਨ ਦੀ ਤਾਰੀਖ ਪਹਿਲਾਂ ਹੀ ਲਿਖੀ ਜਾਂਦੀ ਹੈ। ਪਰ ਉਹ ਪਰਮਾਤਮਾ ਦੀ ਹਸਤੀ ਨਾ ਕਦੇ ਪੈਦਾ ਹੋਈ ਹੈ ਤੇ ਨਾ ਹੀ ਕਦੀ ਉਹ ਖਤਮ ਹੋਣ ਵਾਲੀ। ਉਸ ਨੂੰ ਕਹਿੰਦੇ ਨੇ ਅਕਾਲ ਮੂਰਤ। ਅਕਾਲ ਦੀ ਵਿਆਖਿਆ ਅੱਗੇ ਚੱਲ ਕੇ ਗੁਰੂ ਮਹਾਰਾਜ ਨੇ ਕੀਤੀ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਹੀ ਸੱਚ। ਅਕਾਲ ਮੂਰਤ। ਉਹ ਪਰਮਾਤਮਾ ਕਾਲ ਦੀ ਸੀਮਾ ਤੋਂ ਪਰੇ ਹੈ। ਅਜੂਨੀ। ਫਿਰ 84 ਲੱਖ ਜੂਨਾ ਪਰਮਾਤਮਾ ਨੇ ਸਿਰਜੀਆਂ ਨੇ। 84 ਲੱਖ ਜੂਨੇ ਪਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਾ ਚੁੱਕਾ ਫਿਰ ਆਏ ਜਾਏ ਦੁੱਖ ਪਾਏਗਾ। ਉਹ ਪਰਮਾਤਮਾ ਇਹਨਾਂ ਜੂਨਾਂ ਵਿੱਚ ਨਹੀਂ ਆਉਂਦਾ। ਮਨੁੱਖ ਵੀ ਜੂਨ ਹੈ, ਪ੍ਰੇਤ ਵੀ ਇੱਕ ਜੂਨੀ ਹੈ, ਦੇਵਤਿਆਂ ਦੀ ਵੀ ਇੱਕ ਜੂਨ ਹੈ, ਪਰ ਉਹ ਪਰਮਾਤਮਾ ਇਹਨਾਂ ਸਾਰਿਆਂ ਤੋਂ ਰਹਿਤ ਹੈ। ਉਹ ਪਰਮਾਤਮਾ ਅਜੂਨੀ ਜੂਨਾਂ ਤੋਂ ਰਹਿਤ ਹੈ। ਸਹਿਪਨ ਤੇ ਫਿਰ ਉਹ ਪਰਮਾਤਮਾ
ਸੁਤੇ ਪ੍ਰਕਾਸ਼ ਰੂਪ। ਸਹਿਬੰ ਦਾ ਸੁਤੇ ਪ੍ਰਕਾਸ਼ ਰੂਪ। ਸੁਤੇ ਪ੍ਰਕਾਸ਼ ਤੋਂ ਭਾਵ ਇਹ ਹੈ, ਜਿਹੜੀਆਂ ਪਿੱਛੇ ਖੱਟ ਜੁੱਤੀਆਂ ਦਾ ਜ਼ਿਕਰ ਤੁਸੀਂ ਸੁਣਿਆ ਸੀ, ਉਹ ਸੁਤੇ ਪ੍ਰਕਾਸ਼ ਰੂਪ ਨਹੀਂ ਹਨ। ਉਹ ਕਿਸੇ ਤੋਂ ਪ੍ਰਕਾਸ਼ ਲੈਣੀਆਂ ਨੇ। ਤੇ ਗੁਰੂ ਮਹਾਰਾਜ ਨੇ ਸਰਬ ਦਾ ਪ੍ਰਕਾਸ਼ਕ ਉਸ ਪਰਮਾਤਮਾ ਨੂੰ ਮੰਨਿਆ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹੁਣ ਉਹ ਪਰਮਾਤਮਾ ਸਹਿਬੰ ਸੁਤੇ ਪ੍ਰਕਾਸ਼ ਰੂਪ ਹੈ। ਇੱਥੋਂ ਤੱਕ ਗੁਰੂ ਮਹਾਰਾਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਨਿਰਣਾ ਕਰ ਦਿੱਤੇ। ਉਹ ਪਰਮਾਤਮਾ ਕਿਹੋ ਜਿਹਾ ਸੁਣ ਲਿਆ ਨਾ ਆਪਾਂ, ਮੂਲ ਮੰਤਰ ਵਿੱਚ ਉਹਦੀ ਵਿਆਖਿਆ। ਫਿਰ ਉਹਨੂੰ ਸਵਾਲ ਪੈਦਾ ਹੁੰਦਾ ਹੈ ਵੀ ਉਹ ਮਿਲਦਾ ਕਿਵੇਂ ਹੈ। ਤਾਂ ਗਰੀਬਨ ਵਾਜ ਸਤਿਗੁਰੂ ਜੀ ਨੇ ਉਹਦਾ ਜਵਾਬ ਦਿੱਤਾ, ਗੁਰ ਪ੍ਰਸਾਦ, ਗੁਰੂ ਦੀ ਰਹਿਮਤ ਨਾਲ, ਗੁਰੂ ਦੀ ਮਿਹਰ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਪਰਮਾਤਮਾ ਮਿਲਦਾ। ਕਿਉਂ? ਉਸ ਪਰਮਾਤਮਾ ਨੇ ਇਹ ਆਪ ਹੀ ਇੱਕ ਅਸੂਲ ਬਣਾ ਦਿੱਤਾ, ਜੇ ਕਿਸੇ ਨੇ ਮੈਨੂੰ ਮਿਲਣਾ ਹੈ ਤੇ ਗੁਰੂ ਰਾਹੀਂ ਮਿਲਿਆ ਜਾ ਸਕਦਾ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਵਿਆਸਾ ਕੋਈ। ਇਸ ਲਈ ਗੁਰੂ ਤੋਂ ਬਿਨਾ ਪਰਮਾਤਮਾ ਦਾ ਗਿਆਨ ਨਹੀਂ ਮਿਲ ਸਕਦਾ। ਗੁਰੂ ਦੇ ਕੋਲ ਗਿਆਨ ਦੀ ਸ਼ਕਤੀ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਉਹ ਪਰਮਾਤਮਾ ਦਾ ਗਿਆਨ ਗੁਰੂ ਤੋਂ ਮਿਲਦਾ ਹੈ। ਗੁਰੂ ਗਿਆਨ ਦਾਤਾ ਹੈ। ਗੁਰੂ ਸ਼ਬਦ ਦੇ ਅਰਥ ਵੀ ਵਿਦਵਾਨਾਂ ਨੇ ਇਹੀ ਕੀਤੇ ਨੇ। ਗੋਤਮ ਨਾਮ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀਆ ਜੰਤ। ਗੁਰੂ ਦੋ ਅੱਖਰ ਨੇ ਨਾ। ਸੰਸਕ੍ਰਿਤ ਦੇ ਵਿਦਵਾਨਾਂ ਨੇ ਗੁਰੂ ਦੇ ਅਰਥ ਕੀਤੇ ਨੇ, ਗਕਾਰਸਤ ਅੰਧਕਾਰਾ ਸਿਆਹ, ਰਕਾਰਸਤ ਤਥਾ ਨਿਰੋਧਕ। ਰਾਰੇ ਦਾ ਗੱਗੇ ਦਾ ਅੱਖਰ ਹੈ ਕੋਪ ਹਨੇਰਾ। ਕੋਪ ਹਨੇਰਾ ਕਿਹੜਾ ਹੈ? ਅਗਿਆਨ ਦਾ। ਤੇ ਰੂਹ ਦਾ ਅਰਥ ਹੈ ਜਿਹੜਾ ਉਸ ਨੂੰ ਨਾਸ਼ ਕਰ ਦੇਵੇ। ਦੀਵਾ ਬਲੇ ਅੰਧੇਰਾ ਜਾਏ। ਜਿੱਥੇ ਦੀਵਾ ਬਲ ਪੈਂਦਾ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਗਿਆਨ ਇੱਕ ਦੀਵਾ ਹੈ। ਜਦੋਂ ਗਿਆਨ ਪ੍ਰਗਟ ਹੋ ਜਾਵੇ ਤੇ ਅਗਿਆਨ ਦਾ ਹਨੇਰਾ ਆਪਣੇ ਆਪ ਹੀ ਦੂਰ ਹੋ ਜਾਂਦਾ। ਉਹ ਗਿਆਨ ਗੁਰੂ ਦੇ ਕੋਲ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਜ, ਗੁਰੂ ਬਿਨ ਮੁਕਤ ਨਾ ਪਾਵੇ। ਕਈ ਜਿਹੜੇ ਦੇਹਧਾਰੀ ਪਖੰਡੀ ਗੁਰੂ ਨੇ, ਉਹ ਜਿਹੜੀਆਂ ਇਹੋ ਜਿਹੀਆਂ ਗੁਰਬਾਣੀ ਦੀਆਂ ਪੰਕਤੀਆਂ ਨੇ, ਸ਼ਬਦ ਨੇ, ਪ੍ਰਮਾਣ ਨੇ, ਉਹ ਆਪਣੇ ਲਈ ਵੀ ਵਰਤ ਲੈਂਦੇ ਨੇ। ਪਰ ਇਹ ਬਹੁਤ ਵੱਡਾ ਅਨਿਆਂ ਹੈ। ਗੁਰਬਾਣੀ ਦੇ ਸਹੀ ਅਰਥਾਂ ਨੂੰ ਵਿਚਾਰਨ ਦੀ ਲੋੜ ਹੈ। ਇਹ ਕਿਹੜੇ ਗੁਰੂ ਦੇ ਬਾਰੇ ਗੱਲ ਕੀਤੀ ਹੈ? ਜਿਹੜੇ ਦੇਹਧਾਰੀ ਲੋਕ ਆਪਣੇ ਗੁਰੂਆਂ ਨਾਲ ਇਹਨਾਂ ਸ਼ਬਦਾਂ ਨੂੰ, ਪ੍ਰਮਾਣਾਂ ਨੂੰ ਜੋੜਦੇ ਨੇ, ਲੋਕਾਂ ਨੂੰ ਭਰਮਾਉਂਦੇ ਨੇ, ਗੁੰਮਰਾਹ ਕਰਦੇ ਨੇ, ਉਹ ਗੁਰੂ ਤਾਂ ਉਹਨਾਂ ਦੇ ਉਸ ਵੇਲੇ ਜੰਮੇ ਵੀ ਨਹੀਂ ਸਨ। ਇਸ ਵਾਸਤੇ ਜੇ ਗੁਰੂ ਦੀ ਜੇ ਗੱਲ ਆਉਂਦੀ ਹੈ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੋਰੇ ਅਵਤਾਰ, ਜਗਮਗ ਜੋਤ ਬਿਰਾਜ ਰਹੇ, ਸ਼੍ਰੀ ਗੁਰੂ ਗ੍ਰੰਥ ਮਜਾ। ਦਸੋ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਸਤਿਗੁਰੂ ਨੇ। ਇਹਨਾਂ ਤੋਂ ਬਿਨਾਂ ਹੋਰ ਕੋਈ ਸਾਡਾ ਗੁਰੂ ਹੈ ਹੀ ਨਹੀਂ। ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ।
ਇਹ ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਮਨ ਵਿੱਚ ਵਿਚਾਰ ਕਰ ਲੈਣੀ ਚਾਹੀਦੀ ਹੈ ਵੀ ਗੁਰਪ੍ਰਸਾਦ ਕਿਹੜੇ ਗੁਰੂ ਨੇ ਗਿਆਨ ਦਾ ਚਾਨਣ ਦੇਣਾ। ਉਹ ਸ਼ਬਦ ਗੁਰੂ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਉਹ ਬਾਣੀ ਗੁਰੂ ਹੈ। ਬਾਣੀ ਨੇ ਸਾਡੇ ਅੰਦਰਲੇ ਹਨੇਰੇ ਨੂੰ ਦੂਰ ਕਰਨਾ ਹੈ। ਬਾਣੀ ਹੀ ਗੁਰੂ ਦਾ ਗਿਆਨ ਹੈ। ਬਾਣੀ ਹੀ ਗੁਰੂ ਦਾ ਉਪਦੇਸ਼ ਹੈ। ਬਾਣੀ ਹੀ ਸਾਡਾ ਗੁਰੂ ਹੈ। ਇਸ ਲਈ ਸਾਨੂੰ ਗੁਰਪ੍ਰਸਾਦ ਦੇ ਜਦੋਂ ਅਰਥ ਕਰਨੇ ਨੇ ਤੇ ਗੁਰੂ ਦੀ ਕਿਰਪਾ ਦੁਆਰਾ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਹੀ ਇਹ ਇਸ਼ਾਰਾ ਸਮਝਣਾ। ਗੁਰੂ ਦੀ ਕਿਰਪਾ ਦੁਆਰਾ, ਸ਼ਬਦ ਗੁਰੂ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਦਾ ਗਿਆਨ ਪ੍ਰਾਪਤ ਹੁੰਦਾ ਹੈ। ਅੱਗੇ ਜਪ ਸ਼ਬਦ ਗੁਰੂ ਮਹਾਰਾਜ ਨੇ ਲਿਖਿਆ। ਜਪ ਤੋਂ ਭਾਵ ਇਹ ਜਿਹੜਾ ਪਿਛਲਾ ਹਜ਼ੂਰ ਨੇ ਮੰਤਰ ਲਿਖਿਆ, ਇਸ ਨੂੰ ਜਨਮ ਸਾਖੀ ਵਿੱਚ ਮਹਾ ਮੰਤਰ ਆਖਿਆ। ਮਹਾ ਮੰਤਰ ਇਹਨੂੰ ਜਪੋ, ਫਿਰ ਇਹਦੇ ਨਾਲ ਅੱਗੇ ਸ਼ਲੋਕ ਆ ਜਾਂਦਾ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਰਮਾਤਮਾ ਸ੍ਰਿਸ਼ਟੀ ਦੇ ਆਦ ਕਾਲ ਦੇ ਵਿੱਚ ਵੀ ਕਾਇਮ ਦਾਇਮ ਸੀ। ਜਦੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਉਸ ਵੇਲੇ ਵੀ ਉਹ ਪਰਮਾਤਮਾ ਮੌਜੂਦ ਸੀ ਤੇ ਹੁਣ ਵੀ ਉਹ ਮੌਜੂਦ ਹੈ ਤੇ ਅੱਗੇ ਲਈ ਵੀ ਉਹ ਪਰਮਾਤਮਾ ਹਮੇਸ਼ਾ ਲਈ ਰਹੇਗਾ। ਇਹ ਹੈ ਪਰਮਾਤਮਾ ਦੀ ਵਿਆਖਿਆ। ਹੁਣ ਇਹਦੀ ਅੱਗੇ ਮੂਲ ਮੰਤਰ ਦੀ ਵਿਆਖਿਆ ਹੀ ਪੂਰੇ ਜਪਜੀ ਸਾਹਿਬ ਦੇ ਵਿੱਚ ਹੈ ਤੇ ਜਪਜੀ ਸਾਹਿਬ ਦੀ ਵਿਆਖਿਆ ਪੂਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀਤੀ ਗਈ ਹੈ। ਜਿਹੜਾ ਇੱਕ ਓਂਕਾਰ ਹੈ ਉਹ ਬੀਜ ਮੰਤਰ ਹੈ ਤੇ ਗੁਰਪ੍ਰਸਾਦ ਤੱਕ ਮਹਾ ਮੰਤਰ ਹੈ। ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਹੈ ਤੇ ਜਨਮ ਸਾਖੀ ਵਿੱਚ ਜਪਜੀ ਸਾਹਿਬ ਨੂੰ ਮਾਲਾ ਮੰਤਰ ਲਿਖਿਆ। ਇਹ ਚਾਰ ਮੰਤਰਾਂ ਦਾ ਜ਼ਿਕਰ ਜਨਮ ਸਾਖੀ ਭਾਈ ਬਾਲੇ ਵਾਲੀ ਵਿੱਚ ਆਉਂਦਾ ਹੈ ਤੇ ਵਾਹਿਗੁਰੂ ਗੁਰਮੰਤਰ ਦੇ ਬਾਰੇ ਭਾਈ ਗੁਰਦਾਸ ਜੀ ਨੇ ਸਿੱਧ ਕਰ ਦਿੱਤਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਣਾ ਕੋਈ। ਇਹ ਸਿੱਖੀ ਦੇ 5 ਸ਼ਬਦ ਨੇ। ਐਵੇਂ ਨਾ ਕਿਸੇ ਭੁਲੇਖੇ ਵਿੱਚ ਪਏ ਰਹਿਣਾ। ਰਾਧਾ ਸੁਆਮੀ ਲੋਕ ਵੀ 5 ਸ਼ਬਦਾਂ ਦੀ ਗੱਲ ਕਰਦੇ ਨੇ, ਪਰ ਕਹਿੰਦੇ ਨੇ ਵੀ ਉਹ ਗੁਰੂ ਤੋਂ ਹੀ ਲੈਣੇ ਚਾਹੀਦੇ ਤੇ ਕਿਸੇ ਨੂੰ ਦੱਸਣੇ ਵੀ ਨਹੀਂ ਚਾਹੀਦੇ। ਇਹ ਵੀ ਭਰਮ ਪਾਉਂਦੇ ਨੇ। ਉਹ ਕਹਿੰਦੇ ਨੇ ਜੇ ਤੁਸੀਂ ਕਿਸੇ ਨੂੰ ਇਹ ਮੰਤਰ ਦੱਸਿਆ ਤੇ ਫਿਰ ਉਹਦਾ ਤੁਹਾਨੂੰ ਫਲ ਨਹੀਂ ਪ੍ਰਾਪਤ ਹੋਵੇਗਾ। ਇਹ ਭਰਮ ਪਾਉਂਦੇ ਨੇ ਤੇ ਕਈ ਇੱਥੋਂ ਤੱਕ ਵੀ ਡਰਾਉਂਦੇ ਨੇ। ਕਹਿੰਦੇ ਜੇ ਤੁਸੀਂ ਗਾਂ ਕਿਸੇ ਨੂੰ ਮੰਤਰ ਦੱਸਿਆ ਤੇ ਤੁਸੀਂ ਕੋੜੀ ਹੋ ਕੇ ਮਰੋਗੇ। ਕਿੱਡਾ ਵੱਡਾ ਅਨਿਆਂ ਹੈ ਵੀ ਇੱਕ ਪਾਸੇ ਮੰਤਰ ਦਾ ਫਲ ਬੜਾ ਵੱਡਾ ਦੱਸਦੇ ਨੇ ਤੇ ਦੂਜੇ ਪਾਸੇ ਕਹਿੰਦੇ ਜੇ ਦੱਸ ਦਿੱਤਾ, ਜੇ ਸਹਿਬਰ ਕਿਸੇ ਨੂੰ ਦੱਸਿਆ ਗਿਆ ਇਹਦਾ ਮਤਲਬ ਫਿਰ ਕੋੜੀ ਹੋ ਕੇ ਮਰਨਾ ਪਊ। ਇਹ ਸਿਰਫ ਪਖੰਡ ਹੈ, ਝੂਠੇ ਡਰਾਵੇ ਨੇ। ਸਾਡੇ ਸਤਿਗੁਰੂ ਨੇ ਤਾਂ ਆਖਿਆ ਨਹੀਂ ਤੁਸੀਂ ਕਿਸੇ ਨੂੰ ਦੱਸਿਓ ਨਾ। ਸਤਿਗੁਰੂ ਮਹਾਰਾਜ ਨੇ ਤਾਂ ਸਭ ਕੁਝ ਸਾਹਮਣੇ ਸਾਨੂੰ ਡਾਕੇ ਦੀ ਚੋਟ ਦੇ ਨਾਲ ਸਾਨੂੰ ਸਭ ਕੁਝ ਬਖਸ਼ਿਸ਼ ਕੀਤਾ ਹੈ ਤੇ ਨਾਲ ਢੰਡੋਰਾ ਪਿੱਟਦੇ ਨੇ ਵੀ ਆਓ ਜਿਸ ਨੇ ਆਉਣਾ ਜਾਓ ਤੋਂ ਪ੍ਰੇਮ ਖੇਡਣ ਕਾ ਚਾਓ, ਸਿਰ ਤਲ ਤਲੀ ਗਲੀ ਮੇਰੀ ਆਓ। ਆਜੋ ਜਿਹਨੇ ਆਉਣਾ, ਪਰ ਸਿਰ ਤਲੀ ਤੇ ਰੱਖ ਕੇ ਆਉਣਾ ਪਵੇਗਾ। ਕੋਈ ਡਰਾਵਾ ਨਹੀਂ, ਕੋਈ ਲਿਹਾਜ਼ ਵੀ ਨਹੀਂ। ਜਾਓ ਤੋਂ ਪ੍ਰੇਮ ਖੇਡਣ ਕਾ ਚਾਓ, ਸਿਰ ਤਲ ਤਲੀ ਗਲੀ ਮੇਰੀ ਆਓ। ਇੱਕ ਮਾਰਗ ਪੈਰ ਤਰੀਜੈ, ਸਿਰ ਤੀਜੈ ਕਾਣ ਨਾ ਕੀਜੈ। ਆਓ ਹੁਣ ਆਪਾਂ ਬਾਣੀ ਦੀ ਕਥਾ ਵੱਲ ਆਈਏ, ਕਿਉਂਕਿ ਮੂਲ ਮੰਤਰ ਸਾਡਾ ਮੂਲਕ ਸਿਧਾਂਤ ਹੈ ਗੁਰਮਤਿ ਦਾ ਤੇ ਉਸ ਨੂੰ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ, ਸੰਪੂਰਨ ਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਹੋਇਆ।
ਉਹਦੀ ਵਿਆਖਿਆ ਹਰ ਗੁਰਸਿੱਖ ਨੂੰ ਯਾਦ ਹੋਣੀ ਚਾਹੀਦੀ ਹੈ, ਕਿਉਂਕਿ ਸਾਨੂੰ ਸਤਿਗੁਰੂ ਦਾ ਹੁਕਮ ਹੈ ਨਾ, ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰੋ। ਜੇ ਹੁਣ ਸਾਨੂੰ ਪਤਾ ਹੀ ਨਾ ਹੋਵੇ ਮੂਲ ਮੰਤਰ ਦੇ ਅਰਥ ਕੀ ਨੇ, ਤੇ ਫਿਰ ਅਸੀਂ ਫਿਰ ਹੋਰ ਪਖੰਡੀਆਂ ਕੋਲੋਂ ਜਾ ਕੇ ਪੁੱਛਦੇ ਹਾਂ, ਦੱਸੋ ਜੀ ਅਸੀਂ ਧਿਆਨ ਕਿਹਦਾ ਧਾਰੀਏ, ਕਿੱਥੇ ਧਿਆਨ ਟਿਕਾਈਏ। ਜਦੋਂ ਮੂਲ ਮੰਤਰ ਦੇ ਅਰਥਾਂ ਨੂੰ ਸਮਝ ਲਵੋਗੇ ਫਿਰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਰਹਿਣੀ। ਫਿਰ ਮੂਲ ਮੰਤਰ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਆਪਣੇ ਮਨ ਵਿੱਚ ਵਿਚਾਰੀ ਜਾਓ ਤੇ ਆਪੇ ਪਰਮਾਤਮਾ ਦਾ ਸਰੂਪ ਤੁਹਾਡੇ ਸਾਹਮਣੇ ਆ ਜਾਵੇਗਾ। ਕਿਧਰੇ ਭੱਜਣ ਦੀ, ਕਿਤੇ ਹੋਰ ਪੁੱਛਣ ਦੀ ਲੋੜ ਨਹੀਂ ਰਹਿ ਜਾਵੇਗੀ। ਲੋ ਆਪ ਸੰਤਾਂ ਨੇ 8 ਪੌੜੀਆਂ ਦੀ ਕਥਾ ਸਰਵਣ ਕੀਤੀ ਹੈ। ਗੁਰੂ ਮਹਾਰਾਜ ਨੇ 4 ਪੌੜੀਆਂ ਵਿੱਚ ਸਰਵਣ ਦਾ ਮਹਾਤਮ ਲਿਖਿਆ। ਸੁਣਿਆ ਸਿੱਧ ਪੀਰ ਸੁਰਨਾਥ। ਜਿਹੜਾ ਸੁਣਿਆ ਸ਼ਬਦ ਹੈ, ਪ੍ਰਾਤਨ ਸਮੇਂ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੇ 4 ਸਾਧਨ ਮੰਨੇ ਸਨ: ਸਰਵਣ, ਮੰਨਣ, ਨਿਧਿਆਸਨ। ਚੌਥੇ ਨੰਬਰ ਤੇ ਸੀ ਤਤਵੰ ਦਾ ਸੋਧਨ। ਤਤਵੰ ਦਾ ਸੋਧਨ ਤੋਂ ਭਾਵ ਸੀ ਤਤ ਈਸ਼ਵਰ ਦਾ ਵਾਚਕ ਹੈ, ਤੁਮ ਜੀਵ ਦਾ ਵਾਚਕ ਹੈ। ਜੀਵ ਈਸ਼ ਦੀ ਵਿਵੇਚਨਾ ਕਰਕੇ ਤੇ ਇਹਨਾਂ ਨੂੰ ਏਕਤਾ ਦੀ ਲੜੀ ਵਿੱਚ ਪਰੋਣਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਨੂੰ ਤਤਵੰ ਦਾ ਸੋਧਨ ਕਹਿੰਦੇ ਨੇ। ਹੁਣ ਪਹਿਲੇ ਨੰਬਰ ਤੇ 4 ਪੌੜੀਆਂ ਵਿੱਚ ਗੁਰੂ ਮਹਾਰਾਜ ਨੇ ਸਰਵਣ ਦਾ ਮਹਾਤਮ ਲਿਖਿਆ। ਸੁਣਨ ਦਾ ਭਾਵ ਇੰਨਾ ਹੀ ਨਹੀਂ ਵੀ ਅਸੀਂ ਸੁਣ ਲਿਆ। ਸਰਵਣ ਤੋਂ ਭਾਵ ਸਰਵਣ ਦੇ 8 ਲਿੰਗ ਵਿਦਵਾਨਾਂ ਨੇ ਲਿਖੇ। ਉਹਨਾਂ ਦੁਆਰਾ ਸੁਣਨਾ ਸਾਡੇ ਲਈ ਜ਼ਰੂਰੀ ਹੈ। ਅਥਵਾ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਟਕਸਾਲ ਦੇ ਹੋਰ ਮਹਾਂਪੁਰਖ ਵੀ ਸਾਰੇ, ਉਹ ਕਹਿੰਦੇ ਨੇ ਇੱਕ ਤਾਂ ਬਾਹਰਲੇ ਕੰਨਾਂ ਨਾਲ ਆਪਾਂ ਸੁਣਦੇ ਹਾਂ, ਇਹ ਵੀ ਵਾਹਿਗੁਰੂ ਨੇ ਸੁਣਨ ਵਾਸਤੇ ਦਿੱਤੇ ਨੇ। ਇੱਕ ਸਾਡੇ ਅੰਦਰਲੇ ਕੰਨ ਨੇ। ਅੰਦਰਲੇ ਜਿਹੜੇ ਕੰਨ ਨੇ ਨਾ, ਉਹਨਾਂ ਬਾਰੇ ਮਹਾਂਪੁਰਖ ਕਹਿੰਦੇ ਸਨ ਸ਼ਰਧਾ ਤੇ ਵਿਚਾਰ। ਇਹ 2 ਗੁਣ ਨੇ, ਇਹ ਅੰਦਰਲੇ ਕੰਨ ਨੇ। ਜੇ ਆਪਾਂ ਕੁਝ ਸੁਣਨਾ ਨਾ, ਹੁਣ ਬਾਣੀ ਤੁਸੀਂ ਸੁਣ ਰਹੇ ਹੋ, ਇਹਨੂੰ ਸ਼ਰਧਾ ਨਾਲ ਸੁਣਨੀ ਹੈ ਤੇ ਫਿਰ ਇਹਦੇ ਨਾਲ ਵਿਚਾਰ ਕਰਨਾ। ਸ਼ਰਧਾ ਦੇ ਵਿਚਾਰ ਅੰਦਰਲੇ ਕੰਨ ਨੇ। ਜਦੋਂ ਆਪਾਂ ਸ਼ਰਧਾ ਤੇ ਵਿਚਾਰ ਦੇ ਨਾਲ ਸ਼ਬਦ ਨੂੰ, ਬਾਣੀ ਨੂੰ, ਕੀਰਤਨ ਨੂੰ, ਕਥਾ ਵਿਚਾਰ ਨੂੰ ਸੁਣਦੇ ਹਾਂ, ਇਹਦਾ ਸਵਾਦ ਵੱਖਰਾ ਹੀ ਹੁੰਦਾ। ਸੁਣਦੇ ਤਾਂ ਆਪਾਂ ਬਾਹਰਲੇ ਕੰਨਾਂ ਨਾਲ ਵੀ, ਪਰ ਜਦੋਂ ਨਾਲ ਸ਼ਰਧਾ ਤੇ ਵਿਚਾਰ ਦੀ ਸ਼ਕਤੀ ਸਾਡੇ ਕੋਲ ਹੋਵੇਗੀ, ਸ਼ਰਧਾ ਤੇ ਵਿਚਾਰ ਅੰਦਰਲੇ ਕੰਨ ਨੇ, ਫਿਰ ਇਹਦਾ ਵੱਖਰਾ ਹੀ ਸਾਨੂੰ ਸਵਾਦ ਆਵੇਗਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਗੁਰੂ ਦੇ ਮੁਖ ਤੋਂ ਅਸੀਂ ਸ਼ਰਧਾ ਤੇ ਵਿਚਾਰ ਦੇ ਨਾਲ ਸੁਣਾਂਗੇ ਤੇ ਫਿਰ ਉਹ ਸਾਡੇ ਅੰਦਰ ਵਸ ਜਾਵੇਗਾ। ਤੇ ਜਦੋਂ ਗੁਰੂ ਦਾ ਉਪਦੇਸ਼, ਗੁਰੂ ਦਾ ਮੰਤਰ ਸਾਡੇ ਹਿਰਦੇ ਵਿੱਚ ਵਸ ਗਿਆ, ਫਿਰ ਸੁਣਿਆ ਸਿੱਧ ਪੀਰ ਸੁਰਨਾਥ। ਸਿੱਧ ਜਿਹੜੇ ਰਿਧੀਆਂ ਸਿੱਧੀਆਂ ਦੇ ਮਾਲਕ 84 ਸਿੱਧ ਹੋਏ। ਪੀਰ ਮੁਸਲਮਾਨਾਂ ਦੇ ਕਰਾਮਾਤੀ ਗੈਬੀ ਸ਼ਕਤੀ ਵਾਲੇ ਰਹਿਬਰ ਤੇ ਸੁਰ ਦੇਵਤੇ ਤੇ ਨਾਥ 9 ਨਾਥ ਮੰਨੇ ਨੇ। ਉਹਨਾਂ ਦੀ ਪਦਵੀ ਤੇ ਉਹਨਾਂ ਦੀ ਸ਼ਕਤੀ, ਉਹਨਾਂ ਦੇ ਗੁਣ, ਉਹਨਾਂ ਦੀ ਕਲਾ, ਉਹਨਾਂ ਦੀ ਸਮਰੱਥਾ ਤੁਹਾਨੂੰ ਪ੍ਰਾਪਤ ਹੋ ਸਕਦੀ ਸੁਣਨ ਦੇ ਨਾਲ। ਪਰ ਸ਼ਰਧਾ ਦੇ ਵਿਚਾਰ ਅੰਦਰਲੇ ਕੰਨਾਂ ਦੇ ਨਾਲ ਸੁਣਨ ਦੀ ਲੋੜ ਹੈ। ਸੁਣਿਆ ਤਤ ਧਵਲ ਆਕਾਸ਼, ਸੁਣਿਆ ਦੀਪ ਲੋਕ ਪਾਤਾਲ, ਸੁਣਿਆ ਕੋਈ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਅਖੀਰ ਤੇ ਸਤਿਗੁਰੂ ਕਹਿੰਦੇ ਨੇ, ਭਾਈ ਜਦੋਂ ਸ਼ਰਧਾ ਤੇ ਵਿਚਾਰ ਦੇ ਨਾਲ
ਗੁਰੂ ਦੀ ਬਾਣੀ ਨੂੰ ਸੁਣੋਗੇ, ਇਹਦੇ ਨਾਲ ਦੁੱਖਾਂ ਤੇ ਪਾਪਾਂ ਦਾ ਵੀ ਪ੍ਰਹਾਰ ਹੋ ਜਾਂਦਾ। ਪਾਪ ਦੁੱਖ ਦਾ ਬੀਜ ਨੇ, ਤੇ ਜਿਹੜਾ ਦੁੱਖ ਹੈ ਉਹ ਪਾਪਾਂ ਦਾ ਫਲ ਹੈ। ਦੁੱਖ ਦਾ ਬੀਜ ਪਾਪ ਨੇ, ਪਾਪਾਂ ਦਾ ਫਲ ਦੁੱਖ ਹੈ। ਇਹ ਦੋਵੇਂ ਹੀ ਜਦੋਂ ਬੀਜ ਹੀ ਨਾਸ਼ ਹੋ ਗਿਆ ਤੇ ਫਿਰ ਦੁੱਖ ਨੇ ਕੀ ਨੇੜੇ ਹੋਣੇ। ਜਦੋਂ ਪਾਪ ਵੀ ਨਾਸ਼ ਹੋ ਗਏ ਤੇ ਫਿਰ ਦੁੱਖ ਨੇ ਨੇੜੇ ਨਹੀਂ ਹੋਣਾ। ਇਹ ਬਾਣੀ ਸੁਣਨ ਦੇ ਨਾਲ, ਅੰਦਰਲੇ ਕੰਨਾਂ ਦੇ ਨਾਲ ਸੁਣਨ ਦੇ ਨਾਲ ਇਹ ਫਲ ਪ੍ਰਾਪਤ ਹੁੰਦਾ ਹੈ। ਹੁਣ ਅੱਗੇ ਦੂਸਰੀ ਪੌੜੀ ਵਿੱਚ ਗੁਰੂ ਮਹਾਰਾਜ ਫਿਰ ਸਰਵਣ ਦਾ ਮਹਾਤਮ ਸਾਨੂੰ ਸਮਝਾਉਂਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਆ ਈਸਰ ਬਰਮਾ ਇੰਦ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਪਵਿੱਤਰ ਬਾਣੀ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਜਿਹੜੀ ਜਪਜੀ ਸਾਹਿਬ ਬਾਣੀ ਹੈ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਦੇ ਪ੍ਰਥਾਵਾਂ ਦੀ ਉਚਾਰਨ ਕੀਤੀ ਮੰਨੀ ਜਾਂਦੀ ਹੈ। ਤੇ ਸਿੱਧਾਂ ਦੇ ਪ੍ਰਥਾਵਾਂ ਵੀ ਪ੍ਰਸ਼ਨੋਤਰੀ ਵਿਚਾਰਾਂ ਹੁੰਦਿਆਂ ਇਸ ਨੂੰ ਉਚਾਰਨ ਕੀਤਾ ਗਿਆ। ਇਹ ਵੀ ਮਹਾਂਪੁਰਖ ਵਿਦਿਆਰਥੀਆਂ ਨੂੰ ਦੱਸਦੇ ਸਨ ਵੀ ਸਿੱਧਾਂ ਨਾਲ ਪ੍ਰਸ਼ਨੋਤਰੀ ਵਿਚਾਰ ਹੁੰਦਿਆਂ ਬਾਣੀ ਉਚਾਰਨ ਕੀਤੀ ਗਈ, ਕਿਉਂਕਿ ਕੁਝ ਐਸੇ ਵੀ ਅੱਗੇ ਸ਼ਬਦ ਆ ਜਾਂਦੇ ਨੇ, ਮੁੰਦਾ ਸੰਤੋਖ ਸਰਮ ਪਦ ਚੋਲੇ ਧਿਆਨ ਕੀ ਕਰਹਿ ਬਕੂਤ। ਹੁਣ ਉੱਥੇ ਮੁੰਦਰਾ ਦੀ ਗੱਲ ਹੈ, ਮੁੰਦਾ ਸੰਤੋਖ ਸਰਮ ਪਦ ਚੋਲੀ, ਪਾਤਰ ਤੇ ਚੋੜੀ ਦੀ ਗੱਲ ਆਉਂਦੀ। ਇਹ ਯੋਗੀਆਂ ਦੇ ਚਿੰਨ੍ਹ ਸਨ, ਉਹਨਾਂ ਦੇ ਪ੍ਰਥਾਵਾਂ ਵੀ ਕੁਝ ਸ਼ਬਦ ਇਸ ਬਾਣੀ ਦੇ ਉਚਾਰਨ ਹੋਏ ਨੇ। ਪਰ ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਪੈਰ ਬਾਣੀ ਉਚਾਰਨ ਕਰਦੇ ਸਨ ਤੇ ਉਸ ਵੇਲੇ ਉਸ ਬਾਣੀ ਨੂੰ ਨਾਲ ਦੀ ਨਾਲ ਲਿਖਵਾ ਵੀ ਲੈਂਦੇ ਸਨ। ਭਾਈ ਬਾਲਾ ਜੀ ਲਿਖਦੇ ਸਨ ਤੇ ਭਾਈ ਮਰਦਾਨਾ ਜੀ ਉਸ ਬਾਣੀ ਨੂੰ ਗਾਉਂਦੇ ਸਨ, ਕੀਰਤਨ ਕਰਦੇ ਸਨ ਤੇ ਗੁਰੂ ਨਾਨਕ ਸਾਹਿਬ ਬਾਣੀ ਉਚਾਰਨ ਕਰਦੇ ਸਨ। ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਨ ਕਰਦੇ, ਭਾਈ ਬਾਲਾ ਜੀ ਉਸ ਨੂੰ ਲਿਖਦੇ ਤੇ ਭਾਈ ਮਰਦਾਨਾ ਜੀ ਉਸ ਨੂੰ ਗਾਉਂਦੇ ਸਨ। ਇਸ ਢੰਗ ਦੇ ਨਾਲ ਸਾਰੀ ਬਾਣੀ ਨੂੰ ਗੁਰੂ ਮਹਾਰਾਜ ਆਪਣੇ ਕੋਲ ਸੰਭਾਲ ਕੇ ਰੱਖਦੇ ਸਨ। ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ, ਆਸਾ ਹੱਥ ਕਿਤਾਬ ਕਸ਼। ਉਹ ਕਿਤਾਬ ਦੇ ਬਾਰੇ ਵਿਦਵਾਨਾਂ ਨੇ ਇਹ ਗੱਲ ਸਿੱਧ ਕੀਤੀ ਹੈ ਤੇ ਸਵੀਕਾਰ ਕੀਤੀ ਹੈ। ਉਹ ਕਿਤਾਬ ਨਾ ਤੇ ਵੇਦ ਪ੍ਰਾਣ ਹੋ ਸਕਦੀ ਹੈ, ਨਾ ਉਹ ਕਿਤਾਬ ਗੀਤਾ ਜਾਂ ਰਾਮਾਇਣ ਹੋ ਸਕਦੀ ਹੈ, ਨਾ ਉਹ ਕਿਤਾਬ ਕੁਰਾਨ ਜਾਂ ਬਾਈਬਲ ਹੋ ਸਕਦੀ ਹੈ। ਉਹ ਕਿਤਾਬ ਜਿਹੜੀ ਗੁਰੂ ਮਹਾਰਾਜ ਦੇ ਕੋਲ ਸੀ, ਉਹ ਗੁਰਬਾਣੀ ਦੀ ਹੀ ਪੋਥੀ ਸੀ। ਆਸਾ ਹੱਥ ਕਿਤਾਬ ਕਸ਼। ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਵੀ ਥਾਂ ਜਾਂਦੇ, ਭਾਈ ਮਰਦਾਨਾ ਜੀ ਜਿਹੜੀ ਪਹਿਲਾਂ ਲਿਖੀ ਹੋਈ ਬਾਣੀ ਸੀ ਉਹਦਾ ਕੀਰਤਨ ਕਰਦੇ ਸਨ ਤੇ ਸੰਗਤਾਂ ਸੁਣਦੀਆਂ ਸਨ। ਜਦੋਂ ਕੋਈ ਸੰਗਤਾਂ ਫਿਰ ਬੇਨਤੀ ਕਰਦੀਆਂ, ਮਹਾਰਾਜ ਸਾਨੂੰ ਉਪਦੇਸ਼ ਦਿਓ, ਫਿਰ ਵੱਖਰੀ ਬਾਣੀ, ਹੋਰ ਨਵੀਂ ਬਾਣੀ ਵੀ ਉਚਾਰਨ ਕਰਦੇ ਸਨ। ਇਸ ਢੰਗ ਦੇ ਨਾਲ ਬਾਣੀ ਸਾਰੀ ਨਾਲ ਦੀ ਨਾਲ ਸੰਭਾਲੀ ਜਾਂਦੀ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਆਏ ਨੇ, ਉੱਥੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਦਾ ਪਹਿਲਾ ਨਾਮ ਸੀ। ਫਿਰ ਉਹ ਸਾਰੀ ਬਾਣੀ ਨੂੰ ਤਰਤੀਬ ਦੇ ਕੇ ਭਾਈ ਲਹਿਣਾ ਜੀ ਤੋਂ ਲਿਖਵਾਇਆ ਸੀ। ਫਿਰ ਉਹਨੂੰ ਇੱਕ ਪੋਥੀ ਦੇ ਵਿੱਚ ਤਰਤੀਬ ਦੇ ਨਾਲ ਲਿਖ ਕੇ ਤੇ ਫਿਰ ਉਸ ਨੂੰ ਪੋਥੀ ਦਾ ਸਰੂਪ ਦਿੱਤਾ ਗਿਆ ਸੀ। ਇਸ ਢੰਗ ਦੇ ਨਾਲ ਹੁਣ ਬਾਣੀ ਵੱਖੋ ਵੱਖਰੇ ਥਾਵਾਂ ਤੇ, ਵੱਖੋ ਵੱਖਰੇ ਸਮਿਆਂ ਤੇ ਵੱਖੋ ਵੱਖਰੇ ਅਧਿਕਾਰੀਆਂ ਦੇ ਪ੍ਰਥਾਵਾਂ ਉਚਾਰਨ ਕੀਤੀ ਗਈ ਤੇ ਪਰ ਇਸ ਨੂੰ ਤਰਤੀਬ ਕਰਤਾ
ਕਰਤਾਰਪੁਰ ਵਿੱਚ ਆ ਕੇ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਭਾਵੇਂ ਥੋੜ੍ਹੀ ਆ 4 ਸ਼ਲੋਕ, ਉਹਨਾਂ ਨੇ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਵਧੇਰੇ ਕੀਤਾ ਤੇ ਆਪਣੀ ਬਾਣੀ ਘੱਟ ਉਚਾਰਨ ਕੀਤੀ। ਫਿਰ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਜਿੰਨੀ ਬਾਣੀ ਹਜ਼ੂਰ ਉਚਾਰਨ ਕਰਦੇ ਤੇ ਨਾਲ ਦੀ ਨਾਲ ਉਹਨੂੰ ਲਿਖਦੇ ਜਾਂਦੇ ਤੇ ਚੌਥੇ ਪਾਤਸ਼ਾਹ ਤੱਕ ਇਹ ਬਾਣੀ ਪੋਥੀਆਂ ਦੇ ਵਿੱਚ ਹੀ ਲਿਖੀ ਗਈ ਸੀ। ਉਹੀ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਮੋਹਨ ਜੀ ਤੋਂ ਪ੍ਰਾਪਤ ਕੀਤੀਆਂ। ਪੋਥੀ ਪਰਮੇਸ਼ਰ ਦਾ ਥਾਨ ਕਹਿ ਕੇ ਉਹਨਾਂ ਨੂੰ ਸਤਿਕਾਰ ਦਿੱਤਾ। ਗੋਇੰਦਵਾਲ ਸਾਹਿਬ ਤੋਂ ਪਾਲਕੀ ਸਾਹਿਬ ਦੇ ਵਿੱਚ ਲਿਆ ਕੇ ਤੇ ਫਿਰ ਉਹਨਾਂ ਹੀ ਪੋਥੀਆਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ। ਸੌਰਵ ਵਿਚਾਰ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣਿਆ ਈਸ਼ਰ ਬਰਮਾ, ਜਦੋਂ ਆਪਾਂ ਗੁਰੂ ਦੇ ਮੁਖ ਤੋਂ ਖਾਸ ਸਿੱਖਿਆ ਮੰਤਰ ਜੋ 5 ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਦੇ ਸਮੇਂ ਸਾਨੂੰ ਦ੍ਰਿੜ ਕਰਵਾਉਂਦੇ ਨੇ, ਉਹਨੂੰ ਦੀਖਿਆ ਮੰਤਰ ਕਿਹਾ ਜਾਂਦਾ। ਜਦੋਂ ਆਪਾਂ ਗੁਰੂ ਦੇ ਮੁਖ ਤੋਂ ਅੰਦਰਲੇ ਕੰਨਾਂ ਦੇ ਨਾਲ ਸ਼ਰਧਾ ਦੇ ਵਿਚਾਰ ਦੇ ਨਾਲ ਗੁਰ ਉਪਦੇਸ਼ ਗੁਰੂ ਦੀਖਿਆ ਮੰਤਰ ਸੁਣਦੇ ਹਾਂ, ਫਿਰ ਮਨ ਵਿੱਚ ਵਸ ਜਾਂਦਾ ਹੈ। ਫਿਰ ਕੀ ਹੁੰਦਾ? ਈਸ਼ਰ ਬਰਮਾ ਇੰਦ, ਈਸ਼ਰ ਸ਼ਿਵ ਜੀ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ, ਉਹਦੇ ਵਾਲੀ ਸ਼ਕਤੀ ਮਿਲ ਜਾਂਦੀ ਹੈ, ਉਹਦੇ ਵਾਲੇ ਗੁਣ, ਉਹਦੇ ਵਾਲਾ ਗਿਆਨ ਧਿਆਨ ਪ੍ਰਾਪਤ ਹੋ ਜਾਂਦਾ ਹੈ। ਤੇ ਗੁਰੂ ਦੇ ਮੁਖ ਤੋਂ ਅੰਦਰਲੇ ਕੰਨਾਂ ਦੇ ਨਾਲ ਗੁਰੂ ਉਪਦੇਸ਼ ਸੁਣਨ ਦੇ ਨਾਲ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ ਇੱਕ ਦੇਵਤਾ ਮੰਨਿਆ। ਬ੍ਰਹਮਾ ਵਾਲੀ ਸ਼ਕਤੀ, ਬ੍ਰਹਮਾ ਵਾਲੀ ਪਦਵੀ, ਬ੍ਰਹਮਾ ਵਾਲੇ ਗੁਣ, ਉਹਦੇ ਵਰਗੀ ਸਰਬੱਤਤਾ ਵੀ ਮਿਲ ਜਾਂਦੀ ਹੈ। ਇਹ ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣਨ ਦੇ ਮਹਾਤਮ। ਇੰਦ ਦਾ ਅਰਥ ਹੈ ਦੇਵਤਿਆਂ ਦਾ ਪਾਤਸ਼ਾਹ ਇੰਦਰ। ਵੈਸੇ ਇੰਦ ਜਿਹੜਾ ਸ਼ਬਦ ਹੈ ਨਾ, ਇਹਦੇ ਅਰਥ ਹੋਰ ਵੀ ਨੇ। ਇੰਦ ਦਾ ਅਰਥ ਚੰਦਰਮਾ ਵੀ ਹੈ, ਇੰਦ ਦਾ ਅਰਥ ਬੱਦਲ ਵੀ ਹੈ। ਪਰ ਹੁਣ ਇੱਥੇ ਪ੍ਰਕਾਰਨ ਪਦਵੀ ਦਾ ਚੱਲ ਰਿਹਾ ਤੇ ਇੰਦਰ ਦੇਵਤਿਆਂ ਦਾ ਪਾਤਸ਼ਾਹ ਦੀ ਪਦਵੀ ਮਹਾਨ। ਇਹਦਾ ਅਰਥ ਇੰਦ ਦਾ ਅਰਥ ਵੀ ਦੇਵਤਿਆਂ ਦਾ ਪਾਤਸ਼ਾਹ ਇੰਦਰ, ਉਹਦੇ ਵਾਲੀ ਪਦਵੀ ਵੀ ਮਿਲ ਸਕਦੀ ਹੈ, ਦੇਵਤਿਆਂ ਦਾ ਬਾਦਸ਼ਾਹ ਵੀ ਬਣ ਸਕਦਾ ਹੈ ਜੇ ਕੋਈ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਭਰੋਸੇ ਦੇ ਨਾਲ ਸਰਵਣ ਕਰਦਾ ਹੈ। ਸੁਣਿਆ ਮੁਖ ਸਾਲਾਹਣ ਮੰਦ। ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਦੇ ਮੁਖ ਤੋਂ ਸ਼ਰਧਾ, ਭਾਵਨਾ, ਵਿਚਾਰ ਤੇ ਵਿਸ਼ਵਾਸ ਦੇ ਨਾਲ ਜਿਹੜਾ ਗੁਰੂ ਉਪਦੇਸ਼ ਨੂੰ ਸੁਣਦਾ ਹੈ, ਮੰਦ ਭਾਵੇਂ ਉਹ ਮੰਦਾ ਭੈੜਾ ਮਨੁੱਖ ਵੀ ਕਿਉਂ ਨਾ ਹੋਵੇ, ਮੁਖ ਸਾਲਾਹਣ, ਉਹ ਵੀ ਆਪਣੇ ਮੁਖ ਤੋਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਂਦਾ। ਗੁਰੂ ਦੇ ਮੁਖ ਤੋਂ ਗੁਰ ਉਪਦੇਸ਼ ਨੂੰ ਸੁਣਨ ਦਾ ਇਹ ਮਹਾਤਮ ਹੈ। ਜੇ ਕੋਈ ਸ਼ਰਧਾ, ਭਾਵਨਾ, ਵਿਚਾਰ ਤੇ ਵਿਸ਼ਵਾਸ ਦੇ ਨਾਲ ਗੁਰੂ ਦੇ ਮੁਖ ਤੋਂ ਉਪਦੇਸ਼ ਸੁਣਦਾ ਹੈ, ਇਹ ਨਹੀਂ ਹੈ ਵੀ ਸੁਣਿਆ ਤੇ ਪੱਲੇ ਝਾੜ ਕੇ ਉੱਠ ਕੇ, ਫਿਰ ਨਹੀਂ ਗੱਲ ਬਣਦੀ। ਜਿਹੜਾ ਅੰਦਰ ਵਸਾ ਲਵੇ, ਉਹ ਚਾਹੇ ਕਿੰਨਾ ਵੀ ਮੰਦਾ ਭੈੜਾ ਮਨੁੱਖ ਹੋਵੇ, ਉਹ ਵੀ ਮੁਖ ਤੋਂ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗਾ। ਦੂਸਰਾ ਵਿਦਵਾਨਾਂ ਨੇ ਇਹ ਅਰਥ ਇਉਂ ਵੀ ਕੀਤਾ, ਸੁਣਿਆ ਮੁਖ ਸਾਲਾਹਣ ਮੰਦ ਵੀ ਸਰਾਹਣ ਜੋ, ਇਹ ਵੀ ਅਰਥ ਕੀਤਾ ਵੀ ਜਿਹੜਾ ਭੈੜਾ ਮਨੁੱਖ ਹੈ ਉਹ ਵੀ ਕਾਬਲੇ ਤਾਰੀਫ ਹੋ ਜਾਂਦਾ ਹੈ, ਲੋਕ ਉਹਦੀ ਵੀ ਤਾਰੀਫ ਕਰਨ ਲੱਗ ਜਾਂਦੇ ਨੇ। ਗੁਰੂ ਦੇ ਮੁਖ ਤੋਂ ਜਿਹੜਾ ਨਾਮ ਸੁਣਦਾ, ਉਪਦੇਸ਼ ਸੁਣਦਾ ਹੈ, ਉਹ ਵੀ ਭੈੜਾ ਮਨੁੱਖ ਵੀ ਸਲਾਹਣ ਯੋਗ ਬਣ ਜਾਂਦਾ ਹੈ। ਸੁਣਿਆ ਜੋਗ ਜੁਗਤ ਤਨ ਭੇਦ। ਗਰੀਬਨਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਗੁਰਸਿੱਖ ਮਾਈ ਪਾਈ ਗੁਰ ਉਪਦੇਸ਼ ਨੂੰ ਸ਼ਰਧਾ, ਭਾਵਨਾ, ਪਿਆਰ, ਵਿਚਾਰ, ਵਿਸ਼ਵਾਸ ਦੇ ਨਾਲ ਸੁਣਦਾ, ਜੋਗ ਜੁਗਤ
ਉਹਨੂੰ ਜਿਹੜੀਆਂ ਯੋਗ ਦੀਆਂ ਜੁਗਤੀਆਂ ਨੇ ਤੇ ਹੱਠ ਯੋਗ ਹੈ ਨਾ, ਉਹਦੀਆਂ ਵੱਖੋ ਵੱਖਰੀਆਂ ਜੁਗਤੀਆਂ ਨੇ। ਯੋਗ ਦੇ 8 ਅੰਗ ਮੰਨੇ ਨੇ: ਯਮ, ਨੇਮ, ਆਸਣ, ਪ੍ਰਤਿਆਹਾਰ, ਪ੍ਰਾਣਾਯਾਮ, ਧਾਰਨਾ, ਧਿਆਨ ਅਤੇ ਸਮਾਧੀ। ਇਹ ਜਿਹੜੇ ਯੋਗ ਦੇ 8 ਅੰਗ ਨੇ ਉਹਨਾਂ ਦਾ ਵੀ ਭੇਤ ਲੱਗ ਜਾਂਦਾ ਹੈ। ਤੇ ਦੂਸਰਾ ਯੋਗ ਜਿਹੜਾ ਗੁਰਮਤਿ ਵਿੱਚ ਸਹਿਜ ਯੋਗ ਪ੍ਰਵਾਨ ਹੈ। ਜਿਹੜਾ ਸਹਿਜ ਯੋਗ ਦੀ ਜੁਗਤੀ ਕੀ ਹੈ? ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ, ਸੁਰਤ ਸ਼ਬਦ ਭਾਵ ਸਾਗਰ ਤਰੀ, ਇਹਦਾ ਵੀ ਭੇਦ ਲੱਭ ਜਾਂਦਾ ਹੈ। ਤੇ ਤਨ ਭੇਦ ਸਾਡੇ ਸਰੀਰ ਵਿੱਚ ਹੋਰ ਕੀ ਕੁਝ ਹੈ, ਉਹਦਾ ਵੀ ਭੇਦ ਲੱਭ ਜਾਂਦਾ। ਸਾਡੇ ਸਰੀਰ ਵਿੱਚ ਕੀ ਹੈ? ਜਦੋਂ ਆਪਾਂ ਸਤਿਗੁਰੂ ਦੀ ਬਾਣੀ ਦੀ ਵਿਚਾਰ ਕਰਾਂਗੇ, ਗੁਰਬਾਣੀ ਨੂੰ ਪ੍ਰੇਮ ਦੇ ਨਾਲ ਸੁਣਾਂਗੇ ਤੇ ਪਤਾ ਲੱਗ ਜਾਵੇਗਾ। ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾ। ਇਹ ਅੰਦਰਲੇ ਗੁੱਝੇ ਭੇਦਾਂ ਦਾ ਪਤਾ ਲੱਗੇਗਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜਾ ਸੋ ਭਾਵੈ, ਪੀਪਾ ਪ੍ਰਣਵ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੇ। ਇਹ ਗੁੱਝੇ ਭੇਦ ਵੀ ਅੰਦਰੋਂ ਖੁੱਲ ਜਾਂਦੇ ਹਨ। ਸੁਣੈ ਸਾਸਤ ਸਿਮਰਿਤ ਵੇਦ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਜਿਹੜਾ ਗੁਰੂ ਦੇ ਮੁਖ ਤੋਂ ਗੁਰ ਉਪਦੇਸ਼ ਨੂੰ, ਦੀਖਿਆ ਮੰਤਰ ਨੂੰ ਅੰਦਰਲੇ ਕੰਨਾਂ ਦੇ ਨਾਲ, ਪੂਰੇ ਗਹੁ ਦੇ ਨਾਲ ਸ਼ਰਧਾ, ਭਾਵਨਾ, ਇਕਾਗਰਤਾ, ਪਿਆਰ, ਵਿਚਾਰ ਤੇ ਵਿਸ਼ਵਾਸ ਦੇ ਨਾਲ ਸੁਣਦਾ ਹੈ, ਉਹਨੂੰ ਖਾਟ ਸ਼ਾਸਤਰ, 27 ਸਿਮਰਤੀਆਂ ਤੇ 4 ਵੇਦਾਂ ਦਾ ਵੀ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਗੁਰੂ ਦੇ ਮੁਖ ਤੋਂ ਸੁਣਦਾ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਇਹਨਾਂ ਧਰਮ ਗ੍ਰੰਥਾਂ ਦਾ ਨਿਚੋੜ ਕੀ ਹੈ, ਸਾਰ ਅੰਸ਼ ਕੀ ਹੈ। ਉਹਨੂੰ ਸਾਰਾ ਵਿਚਲਾ ਭੇਦ ਪ੍ਰਾਪਤ ਹੋ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਨਾਨਕ, ਇਹ ਗੁਰੂ ਨਾਨਕ ਸਾਹਿਬ ਦਾ ਨਾਮ ਹੈ, ਉਹਨਾਂ ਦੀ ਮੋਹਰ ਹੈ, ਉਹਨਾਂ ਦੀ ਛਾਪ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਭਗਤਾਂ ਸਦਾ ਵਿਗਾਸ, ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ ਤੇ ਵਾਹਿਗੁਰੂ ਦੇ ਭੈ ਤੇ ਭਾਵ ਵਿੱਚ ਰਹਿਣ ਵਾਲੇ ਵਾਹਿਗੁਰੂ ਦੇ ਭਗਤ ਨੇ, ਸਦਾ ਵਿਗਾਸ, ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਲਈ ਵਿਗਾਸ, ਖੇੜਾ ਪੈਦਾ ਹੋ ਜਾਂਦਾ। ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ, ਗੁਲਾਬ ਦਾ ਤਾਜ਼ਾ ਫੁੱਲ ਖਿੜਿਆ ਹੋਵੇ, ਉਹਦੇ ਵਿੱਚੋਂ ਬੜੀ ਸੁੰਦਰ ਮਹਿਕ ਆਉਂਦੀ ਹੈ, ਖੇੜਾ ਪ੍ਰਾਪਤ ਹੁੰਦਾ ਹੈ। ਇਹ ਉਹਨਾਂ ਗੁਰਮੁਖਾਂ ਦਾ ਹਿਰਦਾ ਵੀ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ ਹੈ। ਸੁਣੈ ਦੁਖ ਪਾਪ ਕਾ ਨਾਸ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਦੇ ਮੁਖ ਤੋਂ ਗੁਰ ਉਪਦੇਸ਼ ਨੂੰ ਤੇ ਗੁਰੂ ਦੇ ਦੀਖਿਆ ਮੰਤਰ ਨੂੰ ਸ਼ਰਧਾ, ਭਾਵਨਾ, ਪਿਆਰ, ਵਿਚਾਰ, ਵਿਸ਼ਵਾਸ ਦੇ ਨਾਲ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਵੀ ਪ੍ਰਹਾਰ ਹੋ ਜਾਂਦਾ, ਨਾਸ਼ ਤੋਂ ਪਾਪ ਹੁੰਦਾ, ਖਤਮ ਹੋ ਜਾਣਾ। ਦੁੱਖਾਂ ਤੇ ਪਾਪਾਂ ਦਾ ਵੀ ਨਾਸ਼ ਹੋ ਜਾਂਦਾ। ਦੁੱਖਾਂ ਦਾ ਬੀਜ ਪਾਪ ਨੇ, ਪਾਪਾਂ ਦਾ ਫਲ ਦੁੱਖ ਨੇ, ਉਹ ਸਾਰੇ ਦੇ ਸਾਰੇ ਨਾਸ਼ ਹੋ ਜਾਂਦੇ ਨੇ ਜਦੋਂ ਆਪਾਂ ਗੁਰੂ ਦੀ ਬਾਣੀ ਨੂੰ ਵੀ ਸੁਣਦੇ ਹਾਂ। ਇਹ ਗੁਰੂ ਦਾ ਉਪਦੇਸ਼ ਹੀ ਹੈ। ਤੇ ਜਦੋਂ ਅੰਦਰਲੇ ਕੰਨਾਂ ਦੇ ਨਾਲ ਸੁਣਦੇ ਹਾਂ, ਫਿਰ ਹੋਰ ਵੀ ਸਤਿਗੁਰੂ ਦੇ ਬਚਨ ਨੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹ ਸਾਰੇ ਦੁੱਖਾਂ ਪਾਪਾਂ ਦਾ, ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਇਹ ਹੈ ਪਾਵਨ ਬਾਣੀ ਦੀ ਵਿਚਾਰ ਜੋ ਆਪ ਸੰਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਇਹਨੂੰ ਆਪਾਂ ਆਪਣੇ ਜੀਵਨ ਵਿੱਚ ਵਸਾਉਣਾ ਹੈ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਣੀ ਹੈ। ਜਿੰਨੇ ਵੀ ਗੁਰਸਿੱਖ ਮਾਈ ਭਾਈ ਗੁਰੂ ਚਰਨਾਂ ਵਿੱਚ ਚੱਲ ਕੇ ਆਏ ਹੋ, ਤੁਹਾਡੇ ਸਾਰੇ ਕਰਮ ਸਫਲ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ। ਉਹ ਲਿਖਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ। ਇਹ ਕਲਮ ਜਿਹੜਾ ਗੁਰਸਿੱਖ ਗੁਰੂ ਵੱਲ ਚੱਲ ਕੇ ਆਉਂਦਾ ਹੈ ਤੇ ਗੁਰੂ ਮਹਾਰਾਜ ਕਰੋੜਾਂ ਕਦਮ ਅੱਗੇ ਆ ਕੇ ਉਹਦੇ ਸਵਾਗਤ। ਆਓ ਆਪਾਂ ਪੂਰਾ ਹਫ਼ਤਾ
ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕਰੀਏ ਤੇ ਨਾਲ ਗੁਰਮਤਿ ਵਿਚਾਰਾਂ ਦੁਆਰਾ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰੀਏ ਤਾਂ ਕਿ ਸਾਡੀ ਵੀ ਹਾਜ਼ਰੀ ਦਰਗਾਹੇ ਪ੍ਰਵਾਨ ਹੋ ਸਕੇ। ਸਾਰੀਆਂ ਸੰਗਤਾਂ ਦਾ ਤੇ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਭਗਤਾ ਸਦਾ ਵਿਕਾਸ, ਸੁਣੈ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ